ਅਕਾਲ ਦੋਸਤੋ, ਵੈਲਕਮ ਬੈਕ। ਆਈ ਐਮ ਕਵਲ। ਸੋ ਅੱਜ ਆਪਾਂ ਗੱਲ ਕਰਾਂਗੇ ਮੋਬਾਈਲ ਐਪ ਡਿਵੈਲਪਮੈਂਟ ਦੀ ਰੀਅਲ ਕੋਸਟ ਬਾਰੇ। ਆਓ ਸਿੰਪਲ ਜਿਹੇ ਵੇ ਦੇ ਵਿੱਚ ਸਮਝਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੇਸਿਕ ਐਪ ਦੀ ਕੋਸਟ ਬਾਰੇ। ਤਾਂ ਬੇਸਿਕ ਐਪ ਦੀ ਕੋਸਟ ਹੁੰਦੀ ਹੈ ਇਟਸ ਨੀਅਰ ਅਬਾਊਟ $5,000 to 20,000। ਉਸ ਤੋਂ ਬਾਅਦ ਅਗਰ ਮੀਡੀਅਮ ਕੰਪਲੈਕਸਿਟੀ ਦੀ ਕੋਸਟ ਦੀ ਗੱਲ ਕੀਤੀ ਜਾਵੇ ਤਾਂ ਮੀਡੀਅਮ ਕੰਪਲੈਕਸਿਟੀ ਦੀ ਕੋਸਟ ਹੁੰਦੀ ਹੈ ਇਟਸ ਨੀਅਰ ਅਬਾਊਟ $20,000 to 60,000। ਉਸ ਤੋਂ ਬਾਅਦ ਹਾਇਰ ਕੰਪਲੈਕਸਿਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਹਾਇਰ ਕੰਪਲੈਕਸਿਟੀ ਦੀ ਕੋਸਟ ਹੁੰਦੀ ਹੈ ਇਟਸ ਨੀਅਰ ਅਬਾਊਟ $50,000 to $2 ਲੱਖ। ਸਿੰਪਲ ਗੱਲ ਹੈ ਕਿ ਜਿੰਨੀ ਐਪ ਸਿੰਪਲ ਹੋਵੇਗੀ ਉਨੀ ਉਸ ਦੀ ਕੋਸਟ ਘੱਟ ਹੋਵੇਗੀ ਅਤੇ ਜਿੰਨੀ ਐਪ ਕੰਪਲੈਕਸ ਹੋਵੇਗੀ ਉਨੀ ਉਹਦੀ ਕੋਸਟ ਜ਼ਿਆਦਾ ਹੋਵੇਗੀ। ਅਕੋਰਡਿੰਗ ਟੂ ਦਿਸ ਚਾਰਟ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਐਪ ਸਿੰਪਲ ਹੋ ਜਿੰਨੇ ਉਸ ਦੇ ਵਿੱਚ ਘੱਟ ਫੀਚਰ ਹੋਣਗੇ ਉਨੀ ਹੀ ਉਸ ਦੀ ਕੋਸਟ ਘੱਟ ਹੋਗੀ ਅਤੇ ਜਿੰਨੀ ਐਪ ਕੰਪਲੈਕਸ ਹੋਗੀ ਉਹਦੇ ਕੰਪਲੈਕਸ ਫੀਚਰਸ ਹੋਣਗੇ ਉਨੀ ਹੀ ਉਹਦੀ ਕੋਸਟ ਹਾਈ ਹੋਗੀ। ਇੰਡਸਟਰੀ ਐਵਰੇਜ ਦੇ ਰਿਕਾਰਡ ਅਕੋਰਡਿੰਗ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨੈਟ ਕਰੂਜ਼ ਦੇ 2025 ਦੇ ਰਿਕਾਰਡ ਅਕੋਰਡਿੰਗ ਕਸਟਮ ਐਪ ਦੀ ਕੋਸਟ ਜਿਹੜੀ ਹੁੰਦੀ ਹੈ ਇਟਸ ਨੀਅਰ ਅਬਾਊਟ $1,71,450। ਸਭ ਤੋਂ ਪਹਿਲਾਂ ਅਗਰ ਆਪਾਂ ਬੇਸਿਕ ਐਪ ਦੀ ਕੋਸਟ ਦੀ ਗੱਲ ਕਰੀਏ ਤਾਂ ਨੈਟ ਕਰੂਜ਼ ਦੇ ਰਿਕਾਰਡ ਅਕੋਰਡਿੰਗ ਬੇਸਿਕ ਐਪ ਦੀ ਕੋਸਟ ਹੈਗੀ ਇਟਸ ਨੀਅਰ ਅਬਾਊਟ $5,000 to $50,000। ਉਸ ਤੋਂ ਬਾਅਦ ਅਗਰ ਆਪਾਂ ਮੀਡੀਅਮ ਐਪ ਦੀ ਕੋਸਟ ਦੀ ਗੱਲ ਕੀਤੀ ਜਾਵੇ ਤਾਂ ਮੀਡੀਅਮ ਐਪ ਦੀ ਕੋਸਟ ਹੁੰਦੀ ਹੈਗੀ ਆ ਇਟਸ ਨੀਅਰ ਅਬਾਊਟ $50,000 to $1,50,000। ਉਸ ਤੋਂ ਬਾਅਦ ਅਗਰ ਹਾਇਰ ਕੰਪਲੈਕਸਿਟੀ ਐਪ ਦੀ ਗੱਲ ਕੀਤੀ ਜਾਵੇ ਤਾਂ ਹਾਇਰ ਕੰਪਲੈਕਸਿਟੀ ਐਪ ਦੀ ਕੋਸਟ ਹੁੰਦੀ ਆ ਇਟਸ ਨੀਅਰ ਅਬਾਊਟ $1,50,000 to $3,50,000। ਉਸ ਤੋਂ ਬਾਅਦ ਐਕਰੋਵੋਲਿਊਮ ਸੇਜ਼ ਡੈਟ ਬੇਸਿਕ ਐਪ ਦੀ ਜਿਹੜੀ ਕੋਸਟ ਹੁੰਦੀ ਹੈਗੀ ਆ ਉਹ ਹੁੰਦੀ ਹੈ $50,000 to $60,000। ਅਗਰ ਮੀਡੀਅਮ ਕੰਪਲੈਕਸਿਟੀ ਐਪ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੋਸਟ ਹੁੰਦੀ ਹੈ $60,000 to $1 ਲੱਖ। ਉਸ ਤੋਂ ਬਾਅਦ ਅਗਰ ਹਾਇਰ ਕੰਪਲੈਕਸਿਟੀ ਐਪ ਦੀ ਕੋਸਟ ਦੀ ਗੱਲ ਕੀਤੀ ਜਾਵੇ ਤਾਂ ਹਾਇਰ ਕੰਪਲੈਕਸਿਟੀ ਐਪ ਦੀ ਕੋਸਟ ਹੁੰਦੀ ਹੈਗੀ ਆ $60,000 to $3 ਲੱਖ। ਸੋ ਰੀਅਲ ਰੇਂਜ ਰਫਲੀ ਇਜ਼ ਅਰਾਊਂਡ $30,000 to $2 ਲੱਖ ਜੋ ਕਿ ਇਸ ਦੇ ਫੀਚਰਸ ਤੇ ਡਿਪੈਂਡ ਕਰਦੀ ਹੈ। ਕੋਸਟ ਕਿਉਂ ਉੱਪਰ ਨੀਚੇ ਹੁੰਦੀ ਹੈ ਆਓ ਕੁਝ ਕਿ ਮੇਨ ਫੈਕਟਰਸ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਪ ਕੰਪਲੈਕਸਿਟੀ ਦੇ ਬਾਰੇ। ਤਾਂ ਇਹ ਬਹੁਤ ਜ਼ਿਆਦਾ ਸਿੰਪਲ ਹੈ ਕਿ ਐਪ ਜਿੰਨੀ ਕੁ ਸਿੰਪਲ ਹੋ ਉਸ ਦਾ ਡਿਜ਼ਾਈਨ ਸਿੰਪਲ ਹੋ ਉਸ ਦੇ ਘੱਟ ਫੀਚਰ ਹੋਣਗੇ ਤਾਂ ਉਹਦੀ ਕੋਸਟ ਵੀ ਘੱਟ ਹੋਊਗੀ। ਬਟ ਅਗਰ ਹੋਰ ਫੀਚਰਸ ਲਾਈਕ ई-कॉमर्स हो गया, रियल टाइम चैट जीपीटी हो गया और ऑनलाइन पेमेंट की अगर गल की जाए तो इन्हां फीचर्स के नाल की जिहड़ी ऐप की कोस्ट है वो भी हाई हो जाती है। नैक्सट डिज़ाइन एंड UI UX। अगर ऐप का डिज़ाइन बेसिक होगा तो उसकी कोस्ट भी घट होगी बट अगर ऐप के विच कस्टम डिज़ाइन एनीमेशन एंड समूथ इंटरफेरेंस चाहिए है तो उसका जिहड़ा डिवेलपमेंट टाइम आ वो भी वधूगा तो उसकी कोस्ट भी हाई होगी। ऐप एंड्रॉयड ਦੇ ਲਈ ਬਣਾਉਣਾ ਹੈ iOS ਦੇ ਲਈ ਬਣਾਉਣਾ ਹੈ ਜਾਂ ਦੋਨਾਂ ਲਈ ਬਣਾਉਣਾ ਹੈ। ਇਸ ਦੇ ਦੋ ਮੇਨ ਪਲੇਟਫਾਰਮਸ ਹੁੰਦੇ ਨੇ। ਸਭ ਤੋਂ ਪਹਿਲਾ ਹੁੰਦਾ ਹੈ ਨੇਟਿਵ ਡਿਵੈਲਪਮੈਂਟ ਵਿਚ ਇਜ਼ ਸੈਪਰੇਟ ਐਂਡਰੋਇਡ ਐਂਡ iOS ਜੋ ਕਿ ਜ਼ਿਆਦਾ ਕੋਸਟ ਅਤੇ ਟਾਈਮ ਮੰਗਦੇ ਹਨ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਕ੍ਰਾਸ ਪਲੇਟਫਾਰਮਸ ਫਰੇਮਵਰਕਸ ਲਾਈਕ ਫਲਟਰ ਹੋ ਗਿਆ ਐਂਡ ਰਿਐਕਟ ਨੇ ਜੋ ਥੋੜੀ ਜਿਹੀ ਕੋਸਟ ਸੇਵ ਕਰ ਲੈਂਦੇ ਨੇ ਕਿਉਂਕਿ ਇਹ ਕੋਡ ਬੇਸ ਦੋਨੇ ਹੀ ਪਲੇਟਫਾਰਮ ਦੇ ਲਈ ਚੱਲ ਜਾਂਦੇ ਨੇ। ਸੋ ਇਸ ਦੇ ਵਿੱਚ ਡਿਵੈਲਪਰ ਦੀ ਜਿਹੜੀ ਲੋਕੇਸ਼ਨ ਹੈ ਉਹ ਬਹੁਤ ਜ਼ਿਆਦਾ ਮੇਨ ਫੈਕਟਰ ਹੁੰਦਾ ਹੈ। ਜਿਵੇਂ ਕਿ US ਡਿਵੈਲਪਰ ਅਰਨ ਕਰਦੇ ਨੇ $1,20,000 ਪਰ ਆਵਰ। ਅਗਰ ਆਪਾਂ ਗੱਲ ਕਰੀਏ ਇੰਡੀਅਨ ਡਿਵੈਲਪਰ ਦੀ ਤਾਂ ਇੰਡੀਅਨ ਡਿਵੈਲਪਰ ਅਰਨ ਕਰਦੇ ਨੇ $20 to $30 ਪਰ ਆਵਰ। ਸੋ ਇਸ ਡਿਫਰੈਂਸ ਕਰਕੇ ਇਸ ਕੋਸਟ ਦੇ ਡਿਫਰੈਂਸ ਕਰਕੇ ਕੀ ਆ ਜਿਹੜੀ ਓਵਰਆਲ ਕੋਸਟ ਵੀ ਕੀ ਆ ਇੰਪੈਕਟ ਹੁੰਦੀ ਹੈ। ਲਾਸਟ ਫੈਕਟਰ ਹੈ ਮੇਨਟੇਨੈਂਸ। ਸੋ ਐਪ ਨੂੰ ਲਾਂਚ ਕਰਨਾ ਹੀ ਐਂਡ ਗੇਮ ਨਹੀਂ ਹੁੰਦੀ। ਇਸ ਦੇ ਵਿੱਚ ਡਿਫਰੈਂਟ ਆਪਣੇ ਸਟੈਪਸ ਹੁੰਦੇ ਨੇ ਲਾਈਕ ਰੈਗੂਲਰ ਅਪਡੇਟਸ ਹੋ ਗਿਆ ਬਗ ਫਿਕਸਿਸ ਹੋ ਗਿਆ ਅਤੇ ਨਿਊ iOS ਵਰਜ਼ਨ ਨੂੰ ਸਪੋਰਟ ਕਰਨਾ ਵੀ ਜ਼ਰੂਰੀ ਹੈ। ਨਾਰਮਲੀ 50 to 20% ਆਫ
ਰੀਅਲ ਡਿਵੈਲਪਮੈਂਟ ਕੋਸਟ ਹਰ ਸਾਲ ਲੱਗ ਜਾਂਦੀ। ਬਸ ਅੱਜ ਦੀ ਵੀਡੀਓ 'ਚ ਇੰਨਾ ਕਿ ਹੀ। ਆਈ ਹੋਪ ਯੂ ਅੰਡਰਸਟੈਂਡ ਐਪ ਬਣਾਉਣਾ ਕਿੰਨਾ ਕੁ ਸਸਤਾ ਹੈ ਅਤੇ ਕਿੰਨਾ ਕੁ ਮਹਿੰਗਾ ਪੈ ਸਕਦਾ ਹੈ। ਲੈਟ ਮੀ ਨੋ ਇਨ ਕਮੈਂਟਸ what kind of app are you planning? Thanks for watching. ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ।